ਹੈਲੋ ਸਟੂਡੈਂਟਸ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ OPL ਪਟਿਆਲਾ ਵੱਲੋਂ ਕਾਮਰਸ ਕਲਾਸ ਵਿੱਚ ਤੁਹਾਡਾ ਸਵਾਗਤ ਹੈ ਜੀ। ਸਾਡਾ ਅੱਜ ਦਾ ਟੌਪਿਕ ਹੈ +2 ਦਾ ਅਕਾਊਂਟੈਂਸੀ ਦਾ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ। ਟੌਪਿਕ ਸਾਡਾ ਬਿਲਕੁਲ ਹੀ ਮਿਲਦਾ ਜੁਲਦਾ ਹੈ +1 ਕਲਾਸ ਦੇ ਨਾਲ। +1 ਦੇ ਵਿੱਚ ਆਪਾਂ ਨੇ ਪ੍ਰੋਫਿਟ ਐਂਡ ਲਾਸ ਅਕਾਊਂਟ ਕੀਤਾ ਸੀ ਫਾਈਨਲ ਅਕਾਊਂਟ ਤਿਆਰ ਕਰਨ ਵੇਲੇ। +2 ਦੇ ਵਿੱਚ ਆਪਾਂ ਇਸ ਦੇ ਨਾਲ ਹੀ ਇਸ ਨੂੰ ਐਕਸਟੈਂਡ ਕਰਦੇ ਹੋਏ ਥੋੜ੍ਹਾ ਜਿਹਾ, ਮਤਲਬ ਉਸ ਨੂੰ ਥੋੜ੍ਹਾ ਜਿਹਾ ਵਧਾਉਂਦੇ ਹੋਏ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਡਿਸਕਸ ਕਰਨਾ ਹੈ। ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਹੁੰਦਾ ਕੀ ਹੈ? ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ, ਜਦੋਂ ਪ੍ਰੋਫਿਟ ਐਂਡ ਲਾਸ ਅਕਾਊਂਟ ਆਪਣਾ ਤਿਆਰ ਹੋ ਜਾਂਦਾ ਹੈ, +1 ਦੇ ਵਿੱਚ ਆਪਾਂ ਕੀਤਾ ਸੀ ਕਿ ਪ੍ਰੋਫਿਟ ਐਂਡ ਲਾਸ ਅਕਾਊਂਟ ਜਦੋਂ ਤਿਆਰ ਕੀਤਾ ਸੀ ਤਾਂ ਤੁਹਾਨੂੰ ਯਾਦ ਹੋਏਗਾ ਕਿ ਐਂਡ ਦੇ ਵਿੱਚ ਆਪਣੇ ਕੋਲ ਕੀ ਨਿਕਲਦਾ ਸੀ, ਉਸ ਦੇ ਵਿੱਚ ਨੈੱਟ ਪ੍ਰੋਫਿਟ ਨਿਕਲਦਾ ਹੁੰਦਾ ਸੀ। ਉਸ ਨੈੱਟ ਪ੍ਰੋਫਿਟ ਨੂੰ ਆਪਾਂ ਬੈਲੈਂਸ ਸ਼ੀਟ ਦੇ ਵਿੱਚ ਪਾਰਟਨਰਸ ਦੀ ਕੈਪੀਟਲ ਨੂੰ ਟ੍ਰਾਂਸਫਰ ਕਰ ਦਿੰਦੇ ਸੀ। ਲੇਕਿਨ ਬੱਚਿਓ, ਪ੍ਰੋਫਿਟ ਐਂਡ ਲਾਸ ਦੇ ਵਿੱਚ ਜੋ ਨੈੱਟ ਪ੍ਰੋਫਿਟ ਨਿਕਲਿਆ ਉਸ ਨੂੰ ਪਾਰਟਨਰਸ ਦੀ ਕੈਪੀਟਲ ਦੇ ਵਿੱਚ ਟ੍ਰਾਂਸਫਰ ਕਰਨ ਤੋਂ ਪਹਿਲਾਂ, ਮੀਨਸ ਪਾਰਟਨਰਸ ਦੇ ਵਿੱਚ ਵੰਡਣ ਤੋਂ ਪਹਿਲਾਂ ਕੁਝ ਕੁ ਐਂਟਰੀਜ਼ ਨੇ ਜਿਹੜੀਆਂ ਆਪਾਂ ਨੂੰ ਕਰਨੀਆਂ ਬੜੀਆਂ ਜ਼ਰੂਰੀ ਹੈ। ਉਹ ਕਿਹੜੀਆਂ ਐਂਟਰੀਜ਼ ਨੇ? ਹਾਂਜੀ, ਇਹ ਆਪਾਂ ਨੇ +2 ਦੇ ਵਿੱਚ ਕਰਨਾ ਹੈ। ਸਭ ਤੋਂ ਪਹਿਲੀ ਐਂਟਰੀ ਹੈ ਇੰਟਰਸਟ ਔਨ ਕੈਪੀਟਲ। ਇੰਟਰਸਟ ਔਨ ਕੈਪੀਟਲ, ਠੀਕ ਹੈ। ਜੋ ਪਾਰਟਨਰਸ ਦੀ ਕੈਪੀਟਲ ਹੈ ਉਸ ਦੇ ਉੱਪਰ ਆਪਾਂ ਨੇ ਇੰਟਰਸਟ ਪੇ ਕਰਨਾ ਹੈ। ਇਹ ਇੰਟਰਸਟ ਵਾਲੀ ਐਂਟਰੀ ਵੀ ਆਪਾਂ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ 'ਚ ਲੈ ਕੇ ਜਾਣੀ ਹੈ। ਦੂਸਰੀ ਐਂਟਰੀ ਆਪਣੀ ਹੈ ਪਾਰਟਨਰਸ ਦੀ ਸੈਲਰੀ। ਅਗਰ ਕਿਸੇ ਪਾਰਟਨਰ ਨੂੰ ਆਪਾਂ ਕੋਈ ਸੈਲਰੀ ਦੇ ਰਹੇ ਹਾਂ, ਹੁੰਦਾ ਨਾ ਕਈ ਵਾਰੀ ਕੋਈ ਐਕਟਿਵ ਪਾਰਟਨਰ ਹੁੰਦਾ ਉਹ ਸੈਲਰੀ ਲੈਂਦਾ ਹੈ, ਕੋਈ ਡੋਰਮੈਂਟ ਪਾਰਟਨਰ ਹੁੰਦਾ ਜਿਸ ਨੇ ਇਕੱਲਾ ਪੈਸਾ ਲਗਾਇਆ ਹੁੰਦਾ, ਤਾਂ ਜਿਹੜਾ ਐਕਟਿਵ ਪਾਰਟਨਰ ਹੈ ਉਸਨੂੰ ਆਪਾਂ ਸੈਲਰੀ ਦਾਂਗੇ, ਠੀਕ ਹੈ। ਇਸ ਤੋਂ ਇਲਾਵਾ ਪਾਰਟਨਰ ਦਾ ਕਮਿਸ਼ਨ, ਕਿਸੇ ਪਾਰਟਨਰ ਦਾ ਕੋਈ ਕਮਿਸ਼ਨ ਹੈ, ਠੀਕ ਹੈ, ਪਾਰਟਨਰਸ ਕਮਿਸ਼ਨ ਅਗਰ ਕੋਈ ਹੈ ਤਾਂ ਉਹ ਵੀ ਆਪਾਂ ਇਸ ਦੇ ਵਿੱਚ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਦੇ ਵਿੱਚ ਲਵਾਂਗੇ। ਪਾਰਟਨਰਸ ਕਮਿਸ਼ਨ, ਇਹ ਤਿੰਨੋਂ ਚੀਜ਼ਾਂ ਕੀ ਹੋਣਗੀਆਂ ਬੇਟੇ? ਇਹ ਡੈਬਿਟ ਹੋਣਗੀਆਂ, ਠੀਕ ਹੈ, ਡੈਬਿਟ ਸਾਈਡ 'ਤੇ ਆਉਣਗੀਆਂ ਕਿਉਂਕਿ ਇਹ ਕੀ ਹੈ? ਬਿਜ਼ਨਸ ਦਾ ਖਰਚਾ ਹੈ, ਠੀਕ ਹੈ, ਡੈਬਿਟ ਸਾਈਡ 'ਤੇ। ਔਰ ਫੋਰਥ ਐਂਟਰੀ ਜਿਹੜੀ ਆਪਣੀ ਹੋਏਗੀ ਉਹ ਹੋਏਗੀ ਇੰਟਰਸਟ ਔਨ ਡਰਾਇੰਗਸ ਦੀ। ਆਪਾਂ ਨੂੰ ਪਤਾ ਵੀ ਡਰਾਇੰਗਸ ਕੀ ਹੁੰਦੀਆਂ ਨੇ ਡਰਾਇੰਗਸ? ਜੋ ਪਾਰਟਨਰ ਨੇ ਆਪਣੇ ਪਰਸਨਲ ਯੂਜ਼ ਦੇ ਲਈ ਕੋਈ ਪੈਸਾ ਲਿਆ ਬਿਜ਼ਨਸ ਤੋਂ, ਤਾਂ ਬਿਜ਼ਨਸ ਵੀ ਉਸ 'ਤੇ ਕੋਈ ਨਾ ਕੋਈ ਇੰਟਰਸਟ ਚਾਰਜ ਕਰਦਾ, ਠੀਕ ਹੈ। ਤਾਂ ਇੰਟਰਸਟ ਔਨ ਡਰਾਇੰਗ ਜੋ ਹੈ ਉਹ ਬਿਜ਼ਨਸ ਦੀ ਕੀ ਹੈ? ਇਨਕਮ ਹੈ। ਤਾਂ ਉਹ ਕਿਹੜੀ ਸਾਈਡ 'ਤੇ ਆਏਗੀ? ਕ੍ਰੈਡਿਟ ਸਾਈਡ 'ਤੇ, ਠੀਕ ਹੈ ਜੀ। ਹਾਂਜੀ, ਇਸ ਤੋਂ ਇਲਾਵਾ ਅਗਰ ਆਪਾਂ ਕੋਈ ਰਿਜ਼ਰਵ ਹੈ, ਫਿਊਚਰ ਦੇ ਲਈ ਕੋਈ ਰਿਜ਼ਰਵ ਕ੍ਰੀਏਟ ਕਰ ਲਿਆ, ਆਪਾਂ ਨੇ ਸੋਚਿਆ ਕਿ ਫਿਊਚਰ 'ਚ ਕੋਈ ਪ੍ਰੋਬਲਮ ਨਾ ਆ ਜਾਏ, ਜਿਵੇਂ ਅੱਜ ਕੱਲ੍ਹ ਆਪਾਂ ਨੂੰ ਕਰੋਨਾ ਵਾਇਰਸ ਕਰਕੇ ਪ੍ਰੋਬਲਮ ਆਈ ਹੋਈ ਹੈ, ਤਾਂ ਸਰਕਾਰ ਨੇ ਕਈ ਫੰਡਸ ਨੇ ਜਿਹੜੇ ਕ੍ਰੀਏਟ ਕੀਤੇ ਹੁੰਦੇ ਨੇ, ਜਿਹੜੇ ਕਿ ਕਿਸੇ ਨਾ ਕਿਸੇ ਪ੍ਰੋਬਲਮ ਦੇ ਆਉਣ ਦੇ ਵਾਸਤੇ ਹੀ ਆਪਾਂ ਨੇ ਉਸ ਟਾਈਮ ਯੂਟੀਲਾਈਜ਼ ਕਰਨੇ ਹੁੰਦੇ ਨੇ। ਉਸੇ ਤਰ੍ਹਾਂ ਬਿਜ਼ਨਸ ਦੇ ਵਿੱਚ ਵੀ ਜਿਹੜਾ ਬਿਜ਼ਨਸਮੈਨ ਹੈ ਉਹ ਕੁਛ ਨਾ ਕੁਛ ਸੋਚ ਕੇ ਰੱਖਦਾ ਹੈ ਕਿ ਕੁਛ ਨਾ ਕੁਛ ਰਿਜ਼ਰਵਸ ਆਪਾਂ ਕ੍ਰੀਏਟ ਕਰਕੇ ਰੱਖ ਲਈਏ। ਜਿਵੇਂ ਆਪਾਂ +1 ਦੇ ਵਿੱਚ ਪ੍ਰੋਵੀਜ਼ਨ ਐਂਡ ਰਿਜ਼ਰਵ ਚੈਪਟਰ ਕੀਤਾ ਸੀ, ਤਾਂ ਉਸ ਦੇ ਵਿੱਚ ਮੈਂ ਤੁਹਾਨੂੰ ਰਿਜ਼ਰਵ ਦਾ ਸਾਰਾ ਮੀਨਿੰਗ ਦੱਸਿਆ ਸੀ ਕਿ ਕਿਸ ਤਰ੍ਹਾਂ ਆਪਾਂ ਰਿਜ਼ਰਵ ਰੱਖ ਲੈਂਦੇ ਹਾਂ ਤਾਂ ਕਿ ਜ਼ਰੂਰਤ ਪੈਣ 'ਤੇ ਜਿਹੜਾ ਓਨਰ ਹੈ ਬਿਜ਼ਨਸ ਦਾ, ਜਿਹੜੇ ਓਨਰ ਨੇ ਉਸ ਨੂੰ ਯੂਜ਼ ਕਰ ਸਕਣ। ਤਾਂ ਉਹ ਸੋਚ ਲੈਂਦੇ ਨੇ ਕਿ ਆਪਾਂ ਸਾਰਾ ਪ੍ਰੋਫਿਟ ਨਹੀਂ ਡਿਵਾਈਡ ਕਰਾਂਗੇ, ਕੁਛ ਰਿਜ਼ਰਵ ਕ੍ਰੀਏਟ ਕਰ ਲੈਂਦੇ ਹਾਂ। ਅਗਰ ਉਹ ਕੋਈ ਰਿਜ਼ਰਵ ਕ੍ਰੀਏਟ ਕਰਦੇ ਹੈ ਤਾਂ ਉਹ ਵੀ ਕੀ ਹੋਏਗਾ? ਫਿਰ ਉਹ ਆਪਣੇ ਪ੍ਰੋਫਿਟ ਐਂਡ ਲਾਸ ਅਕਾਊਂਟ ਦੀ ਕਿਹੜੀ ਸਾਈਡ 'ਤੇ ਆ ਜਾਣਗੇ? ਡੈਬਿਟ ਸਾਈਡ 'ਤੇ ਆ ਜਾਣਗੇ, ਕਿਉਂਕਿ ਉਹ ਉਸ ਪ੍ਰੋਫਿਟ ਨੂੰ ਨਹੀਂ ਵੰਡਣਗੇ, ਠੀਕ ਹੈ ਜੀ। ਤਾਂ ਹੁਣ ਇਸ ਤੋਂ ਆਪਾਂ ਨੂੰ ਪਤਾ ਚੱਲ ਗਿਆ ਕਿ 5 ਚੀਜ਼ਾਂ ਨੇ ਜਿਹੜੀਆਂ ਪ੍ਰੋਫਿਟ ਐਂਡ ਲਾਸ ਅਕਾਊਂਟ ਦੇ ਬਣਨ ਤੋਂ ਬਾਅਦ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਦੇ ਵਿੱਚ ਆਉਂਦੀਆਂ ਨੇ। ਤਾਂ ਹੁਣ ਜੇ ਆਪਾਂ ਇਹਦੇ ਫੀਚਰ ਦੇਖ ਲਈਏ, ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਦਾ ਸਾਰਿਆਂ ਨੂੰ ਮੀਨਿੰਗ ਸਮਝ ਆ ਗਿਆ, ਠੀਕ ਹੈ ਬੇਟੇ। ਇਸ ਤੋਂ ਬਾਅਦ ਆਪਾਂ ਅਗਰ ਇਹਦੇ ਫੀਚਰਸ ਕਰਕੇ ਦੇਖੀਏ ਕਿ ਪ੍ਰੋਫਿਟ ਐਂਡ ਲਾਸ ਅਕਾਊਂਟ ਦੇ ਫੀਚਰਸ ਕੀ ਨੇ, ਤਾਂ ਸਭ ਤੋਂ ਪਹਿਲਾਂ ਕੀ ਹੈ ਕਿ ਇਹ ਪਾਰਟਨਰਸ਼ਿਪ ਡੀਡ ਜਿਹੜੀ ਆਪਣੇ ਪਾਰਟਨਰਸ਼ਿਪ ਐਕਟ ਹੈ 1932, ਪਾਰਟਨਰਸ਼ਿਪ ਡੀਡ ਐਂਡ ਪਾਰਟਨਰਸ਼ਿਪ ਐਕਟ 1932, ਤਾਂ ਜਿਹੜਾ ਇਹ ਐਂਟਰੀਜ਼ ਨੇ ਉਹ ਸਾਰੀਆਂ ਉਹਦੇ ਮੁਤਾਬਿਕ ਹੀ ਹੁੰਦੀਆਂ ਨੇ, ਪਾਰਟਨਰਸ਼ਿਪ ਐਕਟ ਦੇ ਮੁਤਾਬਿਕ ਹੁੰਦੀਆਂ ਨੇ ਸਾਰੀਆਂ ਜਿਹੜੀਆਂ ਇਹ ਐਂਟਰੀਜ਼ ਨੇ। ਪਾਰਟਨਰਸ਼ਿਪ ਐਕਟ ਕਿਹੜਾ ਹੈ? 1932 ਦੇ ਅੰਡਰ, ਠੀਕ ਹੈ ਜੀ। ਅਤੇ ਸੈਕਿੰਡ ਹੈ ਕਿ ਇਹ ਪ੍ਰਪੇਅਰਡ ਇਹਨੂੰ ਕੌਣ ਕਰਦਾ ਹੈ? ਪਾਰਟਨਰਸ਼ਿਪ ਫਰਮਸ ਪ੍ਰਪੇਅਰ ਕਰਦੀਆਂ ਨੇ, ਪ੍ਰਪੇਅਰਡ ਬਾਏ ਪਾਰਟਨਰਸ਼ਿਪ ਫਰਮਸ। ਕਿਉਂਕਿ ਦੇਖੋ ਬੇਟੇ, ਸੋਲ ਪ੍ਰੋਪਰਾਈਟਰ ਦੇ ਵਿੱਚ ਤਾਂ ਇਹ ਕੇਸ ਨਹੀਂ ਹੋਏਗਾ, ਕਿਉਂਕਿ ਸੋਲ ਪ੍ਰੋਪਰਾਈਟਰ ਦੇ ਵਿੱਚ ਕਿਹੜਾ ਉਹਨਾਂ ਨੇ ਪ੍ਰੋਫਿਟ ਕੋਈ ਡਿਵਾਈਡ ਕਰਨਾ ਹੁੰਦਾ, ਠੀਕ ਹੈ।
ਪ੍ਰੋਫਿਟ ਤਾਂ ਸਿਰਫ ਪਾਰਟਨਰਸ਼ਿਪ ਦੇ ਵਿੱਚ ਹੀ ਡਿਵਾਈਡ ਕਰਨਾ ਹੁੰਦਾ ਹੈ। ਸੋ ਸਿਰਫ ਪਾਰਟਨਰਸ਼ਿਪ ਫਰਮਸ ਹੀ ਇਸ ਨੂੰ ਕੀ ਕਰਦੀਆਂ ਨੇ, ਪ੍ਰਪੇਅਰ ਕਰਦੀਆਂ ਨੇ। ਤੇ ਅਗਲਾ ਫੀਚਰ ਉਸ ਦੀ ਕੀ ਹੈ ਕਿ ਨੋਮੀਨਲ ਅਕਾਊਂਟ ਹੈ। ਨੋਮੀਨਲ ਅਕਾਊਂਟ ਦਾ ਰੂਲ ਦੱਸੋ ਜੀ ਕੀ ਸੀਗਾ ਕਿ ਡੈਬਿਟ ਆਲ ਐਕਸਪੈਂਸਿਸ ਐਂਡ ਕ੍ਰੈਡਿਟ ਆਲ ਗੇਨਸ। ਸੋ ਯਾਦ ਰੱਖਣਾ ਹੈ ਕਿ ਜਿੰਨੇ ਵੀ ਆਪਣੇ ਇੱਥੇ ਡੈਬਿਟ ਆਪਾਂ ਨੇ ਕੀਤੇ ਨੇ ਬਿਜ਼ਨਸ ਦੇ ਖਰਚੇ ਹੈ, ਇੰਟਰਸਟ ਔਨ ਕੈਪੀਟਲ ਆਫ ਪਾਰਟਨਰਸ ਹੈ, ਪਾਰਟਨਰ ਦੀ ਸੈਲਰੀ ਹੈ, ਜਾਂ ਪਾਰਟਨਰ ਦਾ ਕਮਿਸ਼ਨ ਹੈ, ਜਾਂ ਕੋਈ ਰਿਜ਼ਰਵ ਕ੍ਰੀਏਟ ਕੀਤਾ ਹੈ, ਇਹ ਸਾਰੇ ਆਪਣੇ ਖਰਚੇ ਹੈ। ਸੋ ਡੈਬਿਟ ਸਾਈਡ ਤੇ ਆਣਗੇ। ਤੇ ਇੰਟਰਸਟ ਔਨ ਡਰਾਇੰਗਸ ਜੋ ਹੈ ਉਹ ਬਿਜ਼ਨਸ ਦੀ ਇਨਕਮ ਹੈ, ਇਸ ਕਰਕੇ ਪ੍ਰੋਫਿਟ ਐਂਡ ਲਾਸ ਅਕਾਊਂਟ ਦੀ ਕਿਹੜੀ ਸਾਈਡ ਤੇ ਆਏਗੀ, ਕ੍ਰੈਡਿਟ ਸਾਈਡ ਤੇ ਆਏਗੀ। ਯਾਦ ਰੱਖਣਾ ਆਪਾਂ ਨੇ, ਠੀਕ ਹੈ ਜੀ। ਹਾਂਜੀ, ਫੋਰਥ ਫੀਚਰ ਕੀ ਹੈ ਕਿ ਇਹ ਐਕਸਟੈਂਸ਼ਨ ਆਫ ਪ੍ਰੋਫਿਟ ਐਂਡ ਲਾਸ ਅਕਾਊਂਟ ਹੈ। ਐਕਸਟੈਂਸ਼ਨ ਆਫ ਪ੍ਰੋਫਿਟ ਐਂਡ ਲਾਸ ਅਕਾਊਂਟ, ਇਹ ਆਪਣੇ ਆਪ ਦੇ ਵਿੱਚ ਕੋਈ ਅਲੱਗ ਅਕਾਊਂਟ ਨਹੀਂ ਹੈ। ਪ੍ਰੋਫਿਟ ਐਂਡ ਲਾਸ ਅਕਾਊਂਟ ਬਣਨ ਤੋਂ ਬਾਅਦ ਜੋ ਨੈਟ ਪ੍ਰੋਫਿਟ ਆਇਆ ਹੈ ਉਸ ਨੂੰ ਪਾਰਟਨਰਸ ਦੇ ਵਿੱਚ ਡਿਵਾਈਡ ਕਰਨ ਦੇ ਲਈ ਹੀ ਇਸ ਅਕਾਊਂਟ ਨੂੰ ਅੱਗੇ ਐਕਸਟੈਂਡ ਕੀਤਾ ਗਿਆ ਹੈ, ਇਸ ਕਰਕੇ ਇਸ ਨੂੰ ਬਣਾਉਣ ਦੀ ਜ਼ਰੂਰਤ ਪੈਂਦੀ ਹੈ। ਇਟ ਸ਼ੋਜ਼, ਨੈਕਸਟ ਫੀਚਰ ਹੈ ਇਸ ਦੀ ਹਾਊ ਨੈਟ ਪ੍ਰੋਫਿਟ ਫॉर द ਅਕਾਊਂਟਿੰਗ ਪੀਰੀਅਡ ਹੈਜ਼ ਬੀਨ ਐਪਰੋਪ੍ਰੀਏਟਡ, ਕਿ ਜੋ ਨੈਟ ਪ੍ਰੋਫਿਟ ਹੈ ਉਸ ਨੂੰ ਕਿਸ ਤਰ੍ਹਾਂ ਕੈਲਕੂਲੇਟ ਕੀਤਾ ਗਿਆ, ਕਿਸ ਤਰ੍ਹਾਂ ਉਸ ਦੇ ਵਿੱਚ ਕੌਣ ਸੀਆਂ ਜੋ ਐਂਟਰੀਜ਼ ਨੇ ਉਹ ਆ ਗਈਆਂ ਨੇ। ਹਾਊ ਨੈਟ ਪ੍ਰੋਫਿਟ, ਕਿਉਂਕਿ ਇਸ ਦੇ ਵਿੱਚ ਪ੍ਰੋਫਿਟ ਵੰਡਣ ਤੋਂ ਪਹਿਲਾਂ ਕਿਹੜੀਆਂ ਚੀਜ਼ਾਂ ਆਪਾਂ ਨੇ ਲੈ ਲਈਆਂ ਨੇ, ਠੀਕ ਹੈ। ਉਹ ਸਾਰਾ ਕੁਝ ਫॉर द ਅਕਾਊਂਟਿੰਗ ਪੀਰੀਅਡ, ਜੋ ਇਸ ਅਕਾਊਂਟਿੰਗ ਪੀਰੀਅਡ ਦਾ ਹੈ, ਉਹ ਸਾਰਾ ਕੁਝ ਲੈਣ ਤੋਂ ਬਾਅਦ ਹੀ ਜਿਹੜਾ ਆਪਣਾ ਨੈਟ ਪ੍ਰੋਫਿਟ ਕ੍ਰੀਏਟ ਹੋਇਆ ਹੈ ਉਹ ਆਪਾਂ ਨੇ ਪਾਰਟਨਰਸ ਦੇ ਵਿੱਚ ਡਿਸਟ੍ਰੀਬਿਊਟ ਕਰਨਾ ਹੈ। ਸਾਰੇ ਬੱਚਿਆਂ ਨੂੰ ਇਹ ਸਮਝ ਲੱਗ ਗਿਆ ਹੋਵੇਗਾ ਕਿ ਇਸਦੇ ਕੀ ਫੀਚਰਸ ਨੇ, ਪਾਰਟਨਰਸ਼ਿਪ ਦੇ ਵਿੱਚ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਦੀ ਕੀ ਇੰਪੋਰਟੈਂਸ ਹੈ, ਕੀ ਹੁੰਦਾ ਕੀ ਹੈ ਇਹ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ। ਸਭ ਤੋਂ ਪਹਿਲਾਂ ਯਾਦ ਰੱਖਣਾ ਹੈ ਕਿ ਇਹ ਕੀ ਹੈ, ਆਪਣੀ ਐਕਸਟੈਂਸ਼ਨ ਹੈ ਪ੍ਰੋਫਿਟ ਐਂਡ ਲਾਸ ਅਕਾਊਂਟ ਦੀ, ਜਿਹੜੀ ਕਿ ਕਦੋਂ ਬਣਾਇਆ ਜਾਂਦਾ ਹੈ ਇਹ, ਜਦੋਂ ਆਪਾਂ ਨੇ ਪਾਰਟਨਰਸ ਨੂੰ ਜੋ ਉਹਨਾਂ ਦਾ ਨੈਟ ਪ੍ਰੋਫਿਟ ਹੈ ਉਹ ਉਹਨਾਂ ਨੂੰ ਡਿਸਟ੍ਰੀਬਿਊਟ ਕਰਨਾ ਹੈ। ਆਫਟਰ ਪੋਸਟਿੰਗ ਆਫ ਆਲ ਥੀਜ਼ ਐਂਟਰੀਜ਼ the balance of net distributable profits if any is divided among the partners in their profit sharing ratio। ਜੋ ਉਹਨਾਂ ਨੇ ਪਹਿਲਾਂ ਹੀ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਡਿਸਾਈਡ ਕੀਤੀ ਹੋਈ ਹੈ, ਉਸ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਦੇ ਵਿੱਚ ਜਿਹੜਾ ਹੈ ਆਪਾਂ ਇਸ ਨੈਟ ਪ੍ਰੋਫਿਟ ਨੂੰ ਡਿਵਾਈਡ ਕਰ ਦਾਂਗੇ, ਡਿਸਟ੍ਰੀਬਿਊਟ ਕਰ ਦਾਂਗੇ। ਪ੍ਰੋਫਿਟ ਸ਼ੇਅਰਿੰਗ ਰੇਸ਼ੋ ਜੋ ਕਿ ਆਲਰੇਡੀ ਉਹਨਾਂ ਦੀ ਡਿਸਾਈਡਡ ਹੈ, ਠੀਕ ਹੈ ਬੇਟੇ। ਤਾਂ ਇਸ ਚੈਪਟਰ ਦੇ ਵਿੱਚ ਆਪਾਂ ਜਿਹੜੀਆਂ ਇਹਨਾਂ ਦੀ ਅਕਾਊਂਟਿੰਗ ਟਰੀਟਮੈਂਟ ਕਰਨੀ ਹੈ, ਹੁਣ ਆਪਣੇ ਕੋਲੇ ਇੰਟਰਸਟ ਔਨ ਕੈਪੀਟਲ ਦੀ ਕਰਾਂਗੇ, ਠੀਕ ਹੈ ਜੀ। ਇੰਟਰਸਟ ਔਨ ਡਰਾਇੰਗਸ, ਜਿਨ੍ਹਾਂ ਦੇ ਨਾਲ ਜ਼ਿਆਦਾ ਇੰਪੋਰਟੈਂਟ ਜਿਹੜੇ ਨਿਊਮੈਰੀਕਲ ਦੇ ਪੇਪਰ ਦੇ ਵਿੱਚ ਆਉਂਦੇ ਆ। ਅਤੇ ਹੁਣ ਆਪਾਂ ਮੈਂ ਤੁਹਾਨੂੰ ਇਹਦਾ ਫਾਰਮੈਟ ਦਿਖਾ ਦਾਂ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਦਾ, ਕਿ ਕਿਸ ਤਰ੍ਹਾਂ ਆਪਾਂ ਨੇ ਬਣਾਉਣਾ ਹੈ। ਤਾਂ ਇਹ ਮੈਨੇ ਬਣਾਇਆ ਹੈ ਬੇਟਾ ਸਪੈਸੀਮਨ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਦਾ, ਠੀਕ ਹੈ ਜੀ। ਤੁਸੀਂ ਇਸ ਨੂੰ ਦੇਖ ਕੇ ਸਾਰਿਆਂ ਨੇ ਸਮਝ ਲੈਣਾ, ਜੋ ਚੀਜ਼ਾਂ ਮੈਂ ਸਮਝੀਆਂ ਸੀ ਤੁਹਾਨੂੰ ਸਮਝਾਈਆਂ ਨੇ ਹੁਣੀ ਉਹ ਸਾਰੀਆਂ ਹੀ ਮੈਂ ਇਹਦੇ ਵਿੱਚ ਲਾਂਗੀ। ਮੈਂ ਤੁਹਾਨੂੰ ਕਿਹਾ ਸੀਗਾ ਕਿ 5 ਚੀਜ਼ਾਂ ਨੇ ਜਿਹੜੀਆਂ ਆਪਾਂ ਇਸ ਦੇ ਵਿੱਚ ਲੈਂਦੇ ਹਾਂ। ਤਾਂ ਆਪਣੇ ਕੋਲ ਦੇਖੋ ਇਹ ਹੋ ਗਈ ਡੈਬਿਟ ਸਾਈਡ ਹੋ ਗਈ ਇਸ ਦੀ, ਔਰ ਇਹ ਹੋ ਗਈ ਆਪਣੀ ਕ੍ਰੈਡਿਟ ਸਾਈਡ, ਠੀਕ ਹੈ ਜੀ। ਇੱਥੇ ਆਪਾਂ ਲਵਾਂਗੇ ਪਾਰਟੀਕੂਲਰਸ, ਔਰ ਡੈਬਿਟ ਸਾਈਡ 'ਤੇ ਜੋ ਚੀਜ਼ਾਂ ਆਉਣੀਆਂ ਨੇ ਮੈਂ ਤੁਹਾਨੂੰ ਆਲਰੇਡੀ ਕਲੀਅਰ ਕਰਤੀਆਂ ਬੇਟੇ। ਉਹੀ ਸੇਮ ਚੀਜ਼ਾਂ ਆਉਣੀਆਂ ਨੇ ਪੇਪਰ ਦੇ ਵਿੱਚ। ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਬਣਾਉਣਾ ਆਉਣਾ ਹੈ ਤਾਂ ਤੁਸੀਂ ਬਿਲਕੁਲ ਇਸੇ ਤਰ੍ਹਾਂ ਹੀ ਬਣਾਉਣਾ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਹੁਣ ਦੱਸਣ ਲੱਗੀ ਹਾਂ। ਪਹਿਲਾਂ ਹੀ ਆਲਰੇਡੀ ਦੱਸ ਹੀ ਚੁੱਕੀ ਹਾਂ, ਅਤੇ ਹੁਣ ਤਾਂ ਸਿਰਫ ਮੈਂ ਤੁਹਾਨੂੰ ਫਾਰਮੈਟ ਦਿਖਾ ਰਹੀ ਹਾਂ। ਬਿਲਕੁਲ ਫਾਰਮੈਟ ਦੇ ਅਕੋਰਡਿੰਗ ਹੀ ਤੁਸੀਂ ਤਿਆਰ ਕਰੋਗੇ, ਠੀਕ ਹੈ ਜੀ। ਹਾਂਜੀ, ਤਾਂ ਸਭ ਤੋਂ ਪਹਿਲਾਂ ਆਪਣੀ ਕਿਹੜੀ ਐਂਟਰੀ ਹੋਈ ਸੀ, ਇੰਟਰਸਟ ਔਨ ਕੈਪੀਟਲ ਦੀ। ਤਾਂ ਆਪਾਂ ਇੱਥੇ ਕੀ ਲਿਖਾਂਗੇ, ਟੂ ਇੰਟਰਸਟ ਔਨ ਕੈਪੀਟਲ। ਇੰਟਰਸਟ ਔਨ ਕੈਪੀਟਲ ਕਿਸ ਦੀ ਇੰਟਰਸਟ ਹੈ, ਜਿੰਨੇ ਵੀ ਪਾਰਟਨਰਸ ਨੇ। ਆਪਾਂ ਸਪੋਜ਼ ਇਹ ਕਰਕੇ ਮੰਨ ਕੇ ਚੱਲਦੇ ਹਾਂ ਕਿ A ਐਂਡ B ਆਪਣੇ ਕੋਲੇ ਜਿਹੜੇ ਨੇ 2 ਪਾਰਟਨਰਸ ਨੇ, ਅਤੇ ਇਹਨਾਂ ਦਾ ਜੋ ਵੀ ਇੰਟਰਸਟ ਹੋਏਗਾ ਉਹ ਆਪਾਂ ਇੱਥੇ ਸ਼ੋਅ ਕਰ ਦਾਂਗੇ, ਇੱਥੇ ਉਸ ਦੀ ਐਂਟਰੀ ਹੋ ਜਾਏਗੀ, ਠੀਕ ਹੈ ਜੀ। ਸੈਕਿੰਡ ਐਂਟਰੀ ਆਪਣੀ ਕੀ ਹੈ, ਟੂ ਪਾਰਟਨਰ ਸੈਲਰੀ ਅਕਾਊਂਟ। ਅਗਰ ਕੋਈ ਵੀ ਪਾਰਟਨਰ ਸੈਲਰੀ ਲੈ ਰਿਹਾ, ਠੀਕ ਹੈ ਜੀ, ਉਹ ਆਪਣੀ ਇੱਥੇ ਆ ਜਾਏਗੀ ਡੈਬਿਟ ਸਾਈਡ 'ਤੇ, ਇੱਥੇ ਸ਼ੋਅ ਕਰ ਦਾਂਗੇ ਆਪਾਂ। ਉਸ ਤੋਂ ਬਾਅਦ ਅਗਰ ਵੀ ਕੋਈ ਵੀ ਪਾਰਟਨਰ ਕੀ ਲੈ ਰਿਹਾ ਜੀ, ਕਮਿਸ਼ਨ। ਮੈਂ ਤੁਹਾਨੂੰ ਕਿਹਾ ਕਿ ਸੈਲਰੀ ਹੈ ਜਾਂ ਕਮਿਸ਼ਨ ਹੈ ਕਿਸੇ ਵੀ ਪਾਰਟਨਰ ਦਾ, ਉਹ ਆਪਾਂ ਨੇ ਇੱਥੇ ਲੈ ਲੈਣਾ। ਉਸ ਤੋਂ ਬਾਅਦ ਅਗਰ ਆਪਾਂ ਨੇ ਕੋਈ ਰਿਜ਼ਰਵ ਕ੍ਰੀਏਟ ਕੀਤਾ ਹੈ ਤਾਂ ਉਹ ਚੀਜ਼ ਜਿਹੜੀ ਹੈ ਰਿਜ਼ਰਵ ਫਿਊਚਰ ਦੇ ਵਾਸਤੇ ਕੀਤਾ ਆਪਾਂ ਕ੍ਰੀਏਟ, ਉਸ ਨੂੰ ਵੀ ਆਪਾਂ ਇੱਥੇ ਡੈਬਿਟ ਕਰ ਦਾਂਗੇ, ਠੀਕ ਹੈ ਜੀ। ਅਤੇ ਇਹ ਕ੍ਰੈਡਿਟ ਸਾਈਡ 'ਤੇ ਕੀ ਕੁਛ ਆਏਗਾ ਬੇਟੇ, ਕ੍ਰੈਡਿਟ ਸਾਈਡ 'ਤੇ ਜੋ ਆਪਾਂ ਨੇ ਇੱਕ ਤਾਂ ਪ੍ਰੋਫਿਟ ਐਂਡ ਲਾਸ ਅਕਾਊਂਟ ਦੇ ਵਿੱਚ ਜਿਹੜਾ ਨੈਟ ਪ੍ਰੋਫਿਟ ਆਇਆ ਸੀ, ਬਾਏ P&L ਅਕਾਊਂਟ ਲਿਖ ਦਿਓ, ਚਾਹੇ ਨੈਟ ਪ੍ਰੋਫਿਟ ਐਂਡ ਲਾਸ ਅਕਾਊਂਟ ਲਿਖ ਦਿਓ। ਜੋ ਨੈਟ ਪ੍ਰੋਫਿਟ ਆਇਆ ਸੀ ਉਹ ਸਾਰਾ ਆਪਾਂ ਕ੍ਰੈਡਿਟ ਸਾਈਡ 'ਤੇ ਸ਼ੋਅ ਕਰ ਦੇਣਾ ਇਸ 'ਤੇ, ਠੀਕ ਹੈ।
ਇੱਥੇ ਸ਼ੋ ਕਰਾਂਗੇ। ਔਰ ਇੱਕੋ ਹੀ ਚੀਜ਼ ਹੈ ਜੋ ਆਪਾਂ ਕ੍ਰੈਡਿਟ ਕੀਤੀ ਹੈ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਦੇ ਵਿੱਚ, ਕਿਹੜੀ ਸੀਗੀ? ਇੰਟਰਸਟ ਔਨ ਡਰਾਇੰਗਸ, ਕਿਉਂਕਿ ਉਹ ਕੀ ਹੈ? ਬਿਜ਼ਨਸ ਦੀ ਇਨਕਮ ਹੈ। ਅਗਰ ਪਾਰਟਨਰਸ ਨੇ ਕੋਈ ਵੀ ਪੈਸਾ ਜੋ ਹੈ ਡਰਾਇੰਗਸ ਦੇ ਰੂਪ ਦੇ ਵਿੱਚ ਲਿਆ ਹੈ ਤਾਂ ਉਹ ਆਪਾਂ ਉਸ ਦੇ ਉੱਪਰ ਚਾਰਜ ਕਰਦੇ ਹਾਂ ਇੰਟਰਸਟ, ਬਿਜ਼ਨਸ ਚਾਰਜ ਕਰਦਾ ਹੈ, ਤਾਂ ਉਹ ਬਿਜ਼ਨਸ ਦੀ ਬਣ ਜਾਂਦੀ ਹੈ ਇਨਕਮ। ਔਰ ਇਸ ਇਨਕਮ ਨੂੰ ਆਪਾਂ ਕਿੱਥੇ ਲਿਖ ਦਿੰਦੇ ਹਾਂ? ਆਪਣੀ ਕ੍ਰੈਡਿਟ ਸਾਈਡ 'ਤੇ। ਠੀਕ ਹੈ ਬੇਟੇ। ਉਸ ਤੋਂ ਬਾਅਦ ਇਹ ਵਾਲੀਆਂ ਐਂਟਰੀਜ਼ ਕਰਨ ਤੋਂ ਬਾਅਦ ਜਿਹੜੀਆਂ ਆਪਾਂ ਨੇ 5 ਐਂਟਰੀਜ਼ ਕੀਤੀਆਂ ਨੇ, ਇੰਟਰਸਟ ਔਨ ਕੈਪੀਟਲ ਦੀ ਹੈ, ਪਾਰਟਨਰ ਸੈਲਰੀ ਹੈ, ਪਾਰਟਨਰ ਦਾ ਕਮਿਸ਼ਨ ਹੈ, ਰਿਜ਼ਰਵ ਹੈ, 4 ਚੀਜ਼ਾਂ ਆਪਾਂ ਨੇ ਡੈਬਿਟ ਕਰਤੀਆਂ। ਔਰ ਕ੍ਰੈਡਿਟ ਸਾਈਡ 'ਤੇ ਨੈਟ ਪ੍ਰੋਫਿਟ ਤਾਂ ਆਪਣੇ ਕੋਲ ਆਲਰੇਡੀ ਹੈਗਾ ਹੀ ਸੀ, ਅਤੇ ਇੰਟਰਸਟ ਔਨ ਜੋ ਡਰਾਇੰਗਸ ਹੈ ਉਹ ਆਪਾਂ ਨੇ ਐਡ ਕਰ ਲਿਆ। ਟੋਟਲ 6 ਹੋ ਗਈਆਂ, 5 ਇਹ ਵਾਲੀਆਂ ਸੀ, ਇੱਕ ਆਲਰੇਡੀ ਨੈਟ ਪ੍ਰੋਫਿਟ ਦੀ ਹੈ ਸੀ। ਤਾਂ ਹੁਣ ਜੋ ਇਸ ਨੂੰ ਐਡਲੈਸ ਕਰਨ ਤੋਂ ਬਾਅਦ ਆਪਣੇ ਕੋਲੇ ਪ੍ਰੋਫਿਟ ਬਚ ਜਾਂਦਾ ਹੈ। ਅਗਰ ਪ੍ਰੋਫਿਟ ਬਚਦਾ ਹੈ ਤਾਂ ਇੱਥੇ ਆਪਾਂ ਕੱਢਾਂਗੇ ਟੂ ਪ੍ਰੋਫਿਟ। ਇਹ ਜਿਹੜਾ ਪ੍ਰੋਫਿਟ ਹੈ ਕਿੱਥੇ ਜਾਏਗਾ? ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਬੈਲੈਂਸ ਸ਼ੀਟ ਦੇ ਵਿੱਚ ਪਾਰਟਨਰਸ ਦੀ ਕੈਪੀਟਲ ਦੇ ਵਿੱਚ ਜਾ ਕੇ ਐਡ ਹੋ ਜਾਏਗਾ ਬੇਟੇ। ਪ੍ਰੋਫਿਟ ਟ੍ਰਾਂਸਫਰ ਟੂ ਪਾਰਟਨਰਸ ਕੈਪੀਟਲ ਅਕਾਊਂਟ। ਠੀਕ ਹੈ, ਪਾਰਟਨਰ ਦਾ ਕੈਪੀਟਲ ਅਕਾਊਂਟ ਹੈ ਜੋ ਵੀ, ਉੱਥੇ ਜਾ ਕੇ ਇਹ ਟ੍ਰਾਂਸਫਰ ਹੋ ਜਾਣਾ ਹੈ। ਕੋਈ ਵੀ ਪਾਰਟਨਰ ਜੋ ਆਪਾਂ ਨੇ ਮੰਨੇ ਨੇ A ਐਂਡ B, ਇਹਨਾਂ ਨੂੰ ਆਪਾਂ ਦੇ ਦਾਂਗੇ ਪ੍ਰੋਫਿਟ। ਸੋ ਇਹ ਜਾ ਕੇ ਉੱਥੇ ਐਡ ਹੋ ਜਾਏਗਾ ਅਤੇ ਨੀਚੇ ਆਪਣਾ ਜੋ ਦੋਨੋਂ ਸਾਈਡਸ ਦਾ ਟੋਟਲ ਹੈ ਉਹ ਆਪਣਾ ਆ ਜਾਣਾ। ਅਤੇ ਹੁਣ ਸਾਰੇ ਬੱਚਿਆਂ ਨੂੰ ਸਮਝ ਆ ਹੀ ਗਿਆ ਹੋਵੇਗਾ ਬੇਟੇ ਕਿ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਕੀ ਹੈ। ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਇਸੇ ਕਰਕੇ ਮੈਂ ਤੁਹਾਨੂੰ ਇਸ ਦੀ ਵੀਡੀਓ ਭੇਜ ਰਹੀ ਹਾਂ। ਇੰਪੋਰਟੈਂਟ ਟੌਪਿਕ ਹੈ। ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਦਾ ਮੀਨਿੰਗ ਕੀ ਹੁੰਦਾ ਹੈ, ਇਸ ਦੀਆਂ ਕਿਹੜੀਆਂ ਫੀਚਰਸ ਨੇ, ਅਤੇ ਇਸ ਦਾ ਕੀ ਸਪੈਸੀਮਨ ਹੈ। ਠੀਕ ਹੈ ਬੇਟੇ, ਸਾਰਿਆਂ ਨੂੰ ਸਮਝ ਆ ਗਿਆ ਹੋਵੇਗਾ। ਇਸ ਤੋਂ ਬਾਅਦ ਮੈਂ ਤੁਹਾਨੂੰ ਇਹਨਾਂ ਦੀ ਅਕਾਊਂਟਿੰਗ ਟ੍ਰੀਟਮੈਂਟ ਦੱਸੂਗੀ। ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਨੋਟ ਡਾਊਨ ਕਰ ਲੈਣਾ, ਅੱਛੀ ਤਰ੍ਹਾਂ ਸਮਝ ਲੈਣਾ। ਅਗਰ ਕੁਛ ਨਹੀਂ ਸਮਝ ਆਉਂਦਾ ਤਾਂ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਅਤੇ ਗਰੁੱਪ 'ਚ ਵੀ ਪੁੱਛ ਸਕਦੇ ਹੋ। ਥੈਂਕ ਯੂ।